ਗੁੱਡ ਮਾਰਨਿੰਗ ਰਾਜੇ। ਅੱਜ ਆਪਾਂ ਪੰਜਾਬੀ ਦਾ ਪਾਠ ਨੰਬਰ 2 ਪੇਮੀ ਦੇ ਨਿਆਣੇ ਹੁੰਦਾ ਬੱਚੇ ਇਹ ਕਰਾਂਗੇ ਰਾਜੇ। ਇਸ ਦੀ ਕਹਾਣੀ ਜਿਹੜੀ ਆ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਨੇ ਲਿਖੀ। ਇਸ ਕਹਾਣੀ ਵਿੱਚ ਉਹ ਬੱਚਿਆਂ ਦੀ ਮਨੋਵਿਗਿਆਨਿਕ ਸਥਿਤੀ ਨੂੰ ਬਿਆਨ ਕਰਦਾ ਹੈ ਕਿ ਕਿਸ ਤਰ੍ਹਾਂ ਆਪਾਂ ਬੱਚਿਆਂ ਨੂੰ ਛੋਟੇ ਹੁੰਦਿਆਂ ਨੂੰ ਨਿੱਕੀਆਂ ਨਿੱਕੀਆਂ ਕਹਾਣੀਆਂ ਸੁਣਾਉਂਦੇ ਆ। ਜਿਵੇਂ ਸੁਣਾਉਂਦੇ ਆ ਕਿ ਬੱਚੇ ਬਾਹਰ ਕੋਕੋ ਫਿਰਦੇ ਆ, ਤੁਸੀਂ ਨਹੀਂ ਜਾਣਾ। ਜਾਂ ਆਪਾਂ ਇਸ ਤਰ੍ਹਾਂ ਦੀਆਂ ਕਹਾਣੀਆਂ ਵੀ ਸੁਣਾਉਂਦੇ ਹਾਂ ਕਿ ਦਿਨੇ ਜਿਹੜੀਆਂ ਬਾਤਾਂ ਨਾ ਪਾਈ ਦੀਆਂ ਨਾ ਸੁਣਾਈ ਦੀਆਂ, ਕਿਉਂਕਿ ਜੇਕਰ ਇੱਕ ਦੂਸਰੇ ਨੂੰ ਸੁਣਾਉਂਦੇ ਆ ਤਾਂ ਰਸਤਾ ਭੁੱਲ ਜਾਈਦਾ ਹੈ। ਇਹੋ ਜਿਹੀ ਕਹਾਣੀ ਨੂੰ ਉਸਨੇ ਬਿਆਨ ਕੀਤਾ ਹੈ। ਇਹ ਕਹਾਣੀ ਜਿਹੜੀ ਆ 1935 ਈਸਵੀ ਨੂੰ ਲਿਖੀ ਗਈ। 20 ਸਾਲ ਪਹਿਲਾਂ ਦੀ ਗੱਲ ਹੈ। ਮੈਂ 7 ਕੁ ਵਰ੍ਹੇ ਦਾ ਸਾਂ। ਮੇਰੀ ਵੱਡੀ ਭੈਣ ਜਿਹੜੀ ਉਹ 11 ਵਰ੍ਹੇ ਦੀ ਸੀ। ਪ੍ਰਿੰਸੀਪਲ ਸੰਤ ਸਿੰਘ ਸੇਖੋਂ ਦਾ ਜਨਮ 1908 ਈਸਵੀ ਵਿੱਚ ਹੋਇਆ ਅਤੇ ਇਹ 1915 ਦੀ ਗੱਲ ਕਰਦਾ ਹੈ ਲੇਖਕ। ਲੇਖਕ ਕਹਿੰਦਾ ਉਦੋਂ ਮੈਂ 7 ਸਾਲ ਦਾ ਸੀ, ਮੇਰੀ ਭੈਣ ਜਿਹੜੀ ਉਹ 11 ਸਾਲ ਦੀ ਸੀ। ਸਾਡਾ ਖੇਤ ਘਰੋਂ ਮੀਲ ਕੁ ਵਿੱਥ 'ਤੇ ਸੀ। ਅੱਧ ਵਿਚਕਾਰੋਂ ਇੱਕ ਜਰਨੈਲੀ ਸੜਕ ਲੰਘਦੀ ਸੀ, ਜਿਸ ਵਿੱਚੋਂ ਜਾਂਗਲੀਆਂ, ਪਠਾਣਾਂ, ਰਾਸ਼ਿਆਂ ਅਤੇ ਹੋਰ ਪਰਦੇਸੀਆਂ ਦਾ ਕਾਫੀ ਲਾਂਘਾ ਸੀ। ਅਸੀਂ ਸਭ ਨਿਆਣੇ ਜਿਨ੍ਹਾਂ ਨੂੰ ਰਾਸ਼ਿਆਂ ਤੋਂ ਘਰ ਬੈਠਿਆਂ ਵੀ ਡਰ ਆਉਂਦਾ ਸੀ, ਇਸ ਸੜਕ ਵਿੱਚੋਂ ਦੀ ਕਿਸੇ ਸਿਆਣੇ ਦੇ ਸਾਥ ਤੋਂ ਬਗੈਰ ਲੰਘਣ ਤੋਂ ਬਹੁਤ ਭੈ ਖਾਂਦੇ ਸਾਂ। ਪਰ ਟੰਟਾ ਇਹ ਸੀ ਕਿ ਇੱਕ ਵੇਲੇ ਬਾਪੂ ਅਤੇ ਕਾਮੇ ਦੀ ਰੋਟੀ ਫੜਾਉਣ ਜ਼ਰੂਰੀ ਜਾਣਾ ਪੈਂਦਾ ਸੀ ਅਤੇ ਸਾਡੀ ਅਵਸਥਾ ਹਰ ਰੋਜ਼ ਇੱਕ ਮੁਸ਼ਕਲ ਘਾਟੀ ਲੰਘਣ ਵਾਲੀ ਹੁੰਦੀ ਸੀ। 7 ਕੁ ਵਰ੍ਹੇ ਮਤਲਬ ਕਿ 7 ਕੁ ਸਾਲ ਦਾ, ਮੀਲ ਕੋ 1.6 ਕਿਲੋਮੀਟਰ ਲਾਂਘਾ ਰਸਤਾ, ਜਾਂਗਲੀਆ ਜੰਗਲ ਵਿੱਚ ਰਹਿਣ ਵਾਲੇ ਲੋਕ, ਪਠਾਨ ਮੁਸਲਮਾਨਾਂ ਦੀ ਇੱਕ ਜਾਤ, ਰਾਸ਼ਿਆਂ ਰਾਖਸ਼ ਲੋਕਾਂ ਨੂੰ ਕਿਹਾ ਗਿਆ ਹੈ, ਨਿਆਣੇ ਨਿੱਕੇ ਬੱਚੇ, ਟੰਟਾ ਮਜਬੂਰੀ ਸੀ ਇਹਨਾਂ ਦੀ, ਮੁਸ਼ਕਲ ਘਾਟੀ ਔਖਾ ਰਸਤਾ। ਲੇਖਕ ਦੱਸਦਾ ਹੈ ਕਿ ਉਹ ਛੋਟੇ ਹੁੰਦੇ ਸੀ ਤਾਂ ਉਹਨਾਂ ਨੂੰ ਰੋਜ਼ ਬਾਪੂ ਅਤੇ ਕਾਮੇ ਦੀ ਖੇਤ ਰੋਟੀ ਫੜਾਉਣ ਜਾਣਾ ਪੈਂਦਾ ਸੀ। ਕਾਮੇ ਕਹਿੰਦਾ ਕੰਮ ਕਰਨ ਵਾਲਾ ਜਿਹੜਾ ਖੇਤ 'ਚ ਬੰਦਾ, ਠੀਕ ਹੈ, ਮਤਲਬ ਆਪਾਂ ਸੀਰੀ ਵੀ ਕਹਿ ਸਕਦੇ ਹਾਂ, ਜਾਂ ਆਪਾਂ ਜੋ ਦਿਹਾੜੀਆ ਲਿਆਉਂਦੇ ਹੁੰਦੇ ਹਾਂ ਉਹਨਾਂ ਨੂੰ ਵੀ ਕਿਹਾ ਜਾਂਦਾ ਹੈ, ਉਸਨੂੰ ਕਾਮੇ ਕਿਹਾ ਜਾਂਦਾ, ਕੰਮ ਕਰਨ ਵਾਲੇ ਲੋਕ। ਕਿ ਜਦੋਂ ਉਹਨਾਂ ਨੂੰ ਖੇਤ ਵਿੱਚ ਰੋਟੀ ਜਾਣਾ ਪੈਂਦਾ ਸੀ ਅਤੇ ਰਸਤੇ ਵਿੱਚ ਉਹਨਾਂ ਨੂੰ ਜਰਨੈਲੀ ਸੜਕ ਪਾਰ ਕਰਨੀ ਔਖੀ ਲੱਗਦੀ ਸੀ ਅਤੇ ਉੱਥੇ ਜਾਂਗਲੀਆਂ, ਪਠਾਣਾ ਜੰਗਲ ਵਿੱਚ ਰਹਿਣ ਵਾਲੇ ਲੋਕ, ਰਾਖਸ਼ ਲੋਕਾਂ ਦਾ ਲਾਂਘਾ ਸੀ, ਉੱਥੋਂ ਦੀ ਲੰਘਦੇ ਹੁੰਦੇ ਸੀ। ਅਤੇ ਕਿਉਂਕਿ ਕਹਿੰਦਾ ਕਿ ਸਾਨੂੰ ਛੋਟੇ ਹੁੰਦਿਆਂ ਤੋਂ ਵੀ ਰਾਸ਼ਾਂ ਤੋਂ ਬਹੁਤ ਡਰ ਲੱਗਦਾ ਹੁੰਦਾ ਸੀ, ਪਰ ਉਹਨਾਂ ਦਾ ਮਜਬੂਰੀ ਸੀ, ਮਤਲਬ ਟਾਂਟਾ ਇਹ ਸੀ ਕਿ ਮਜਬੂਰੀ ਉਹਨਾਂ ਦੀ ਇਹ ਸੀ ਕਿ ਉਹਨਾਂ ਨੂੰ ਰੋਟੀ ਫੜਾਉਣ ਜਾਣਾ ਹੀ ਪੈਂਦਾ ਸੀ। ਇਹ ਉਹਨਾਂ ਨੂੰ ਔਖਾ ਰਸਤਾ ਲੱਗਦਾ ਸੀ। ਅੱਗੇ ਅਸੀਂ ਆਮ ਤੌਰ 'ਤੇ ਘਰੋਂ ਹੌਸਲਾ ਕਰਕੇ ਇਕੱਲੇ ਹੀ ਤੁਰ ਪੈਂਦੇ, ਪਰ ਜਦ ਸੜਕ 3 ਕੋ ਘੁਮਾਓ ਦੀ ਵਿੱਥ 'ਤੇ ਰਹਿ ਜਾਂਦੀ ਤਾਂ ਨਹਿਰ ਦਾ ਸੂਆ ਟੱਪਣ ਲੱਗੇ ਭਠੋਰਿਆਂ ਵਾਂਗਰ ਖਲੋ ਕੇ ਆਸੇ-ਪਾਸੇ ਤੱਕਣ ਲੱਗ ਜਾਂਦੇ, ਤਾਂ ਜੋ ਕਿਸੇ ਪਿੰਡੋਂ ਆਉਂਦੇ ਜਾਂਦੇ ਸਿਆਣਿਆਂ ਦੀ ਸ਼ਰਨ ਲੈ ਕੇ ਭੈ ਸਾਗਰ ਨੂੰ ਤਰਨ ਜੋਗੇ ਹੋ ਜਾਈਏ। 3 ਕੋ ਘੁਮਾਓ, ਜਿਵੇਂ ਪਹਿਲਾਂ ਕਿੱਲੇ ਤੋਂ ਛੋਟੇ ਘੁਮਾਓ, ਫਿਰ ਵਿੱਗੇ, ਫਿਰ ਜਿਹੜੇ ਕਿੱਲੇ ਆਉਂਦੇ ਆ, ਠੀਕ ਆ। ਥੋੜ੍ਹੀ ਜਿਹੀ ਦੂਰੀ ਸੀ, ਨਹਿਰ ਦਾ ਸੂਆ, ਨਹਿਰ ਤੋਂ ਛੋਟਾ, ਜਿਸ ਦੇ ਦੁਆਰਾ ਪਾਣੀ ਦੇ ਖੇਤਾਂ ਨੂੰ ਜਾਂ ਪਹੁੰਚਾਇਆ ਜਾ ਸਕੇ। ਭਠੋਰੇ ਬੱਕਰੀਆਂ ਦੇ ਬੱਚਿਆਂ ਨੂੰ, ਮੇਮਨਿਆਂ ਨੂੰ ਕਿਹਾ ਗਿਆ, ਵਾਕੁਰ ਵਾਂਗ ਸ਼ਰਨ ਜਿਹੜਾ ਉਹ ਆਸਰਾ। ਉਹ ਕਹਿੰਦੇ ਹੌਸਲਾ ਕਰਕੇ ਅਸੀਂ ਤੁਰ ਤਾਂ ਪੈਂਦੇ, ਪਰ ਜਦੋਂ ਨਹਿਰ ਦਾ ਸੂਆ ਆਉਂਦਾ ਸੀ ਤਾਂ ਅਸੀਂ ਬੱਕਰੀ ਦੇ ਮੇਮਨਿਆਂ ਦੇ ਵਾਂਗ ਖਲੋ ਜਾਂਦੇ ਅਤੇ ਆਸੇ-ਪਾਸੇ ਦੇਖਣ ਲੱਗਦੇ ਵੀ ਕਿ ਕੋਈ ਜਾਣਾ ਆਵੇਗਾ, ਕੋਈ ਸਿਆਣਾ ਬੰਦਾ ਆਵੇਗਾ ਤਾਂ ਸਾਨੂੰ ਇੱਥੋਂ ਦੀ ਲੰਘਾਵੇਗਾ। ਅਗਲਾ ਹੈ, ਸਾਨੂੰ ਧਾਰਮਿਕ ਸਿੱਖਿਆ ਵੀ ਕੁਝ ਇਸ ਤਰ੍ਹਾਂ ਦੀ ਮਿਲ ਰਹੀ ਸੀ ਕਿ ਅਜਿਹੇ ਡਰ ਸਾਡੇ ਸੁਭਾਵਾਂ ਦਾ ਹਿੱਸਾ ਬਣ ਗਏ ਸਨ। ਹਰ ਰੋਜ਼ ਸ਼ਾਮ ਨੂੰ ਅਸੀਂ ਘਰ ਸਿਆਣਿਆਂ ਦੇ ਕੋਲੋਂ ਨਰਕ ਸੁਰਗ ਦੀਆਂ ਕਹਾਣੀਆਂ ਸੁਣਦੇ। ਸੁਰਗ ਤਾਂ ਸਾਨੂੰ ਖੇਡ ਤੋਂ ਬਾਹਰ ਕਿਤੇ ਘੱਟ ਹੀ ਪ੍ਰਾਪਤ ਹੁੰਦਾ ਸੀ, ਪਰ ਨਰਕ ਦੇ ਹਰ ਥਾਂ ਖੁੱਲ੍ਹੇ ਗੱਫੇ ਮਿਲਦੇ ਸਨ। ਸਭ ਤੋਂ ਵੱਡਾ ਨਰਕ ਮਦਰਸਾ ਸੀ ਅਤੇ ਜੇ ਉਸ ਤੋਂ ਕਿਸੇ ਦਿਨ ਛੁੱਟ ਜਾਂਦੇ ਤਾਂ ਖੇਤ ਰੋਟੀ ਦੇਣ ਜਾਣ ਦਾ ਨਰਕ ਪੇਸ਼ ਆ ਜਾਂਦਾ ਸੀ। ਗੱਲ ਕੀ, ਸਾਡੇ ਨਿਆਣੇ ਰਾਹ ਦੇ ਹਰ ਇੱਕ ਮੋੜ 'ਤੇ ਨਰਕ ਜਾਣੋ ਘਾਤ ਲਾਈ ਖਲੋਤਾ ਹੁੰਦਾ। ਖਬਰੇ ਇਸ ਸੜਕ ਦਾ ਭੈ ਸਾਗਰ ਲੰਘਣ ਕਰਕੇ ਸਾਨੂੰ ਖੇਤ ਜਾਣਾ ਨਰਕ ਲੱਗਦਾ ਸੀ, ਜਾਂ ਖੇਤ ਰੋਟੀ ਲੈ ਕੇ ਜਾਣ ਲੱਗੇ ਇਸ ਸੜਕ ਨੂੰ ਲੰਘਣਾ ਪੈਣ ਕਰਕੇ ਇਹ ਸਾਨੂੰ ਭੈ ਸਾਗਰ ਦਿਖਾਈ ਦਿੰਦਾ ਸੀ।
ਮੈਂ ਇਸ ਦੀ ਬਾਬਤ ਯਕੀਨ ਦੇ ਨਾਲ ਕੁਝ ਨਹੀਂ ਕਹਿ ਸਕਦਾ। ਇਹ ਮੈਨੂੰ ਪਤਾ ਹੈ ਕਿ ਖੇਤ ਸਵਰਗ ਸੀ ਅਤੇ ਰੋਟੀ ਲੈ ਕੇ ਜਾਣ ਦੀ ਖੇਚਲ ਨਰਕ ਅਤੇ ਉਹ ਜਰਨੈਲੀ ਸੜਕ ਵਿਚਕਾਰਲਾ ਪੈ ਸਾਗਰ ਸੀ। ਲੇਖਕ ਦੱਸਦਾ ਹੈ ਕਿ ਮਦਰਸਾ ਜਾਣਾ ਅਤੇ ਜਰਨੈਲੀ ਸੜਕ ਨੂੰ ਪਾਰ ਕਰਨ ਦੀ ਖੇਚਲ ਨਰਕ ਅਤੇ ਖੇਡ ਜਾਣ ਨੂੰ ਸਵਰਗ ਲੱਗਦਾ ਸੀ। ਉਹਨਾਂ ਨੂੰ ਖੇਡਣਾ ਵੀ ਜਿਹੜਾ ਉਹ ਸਵਰਗ ਲੱਗਦਾ ਸੀ। ਸਿਆਣੇ ਬਜ਼ੁਰਗ ਜਾਂ ਸਿਆਣੇ ਲੋਕ ਸੁਭਾਅ ਹੁੰਦੇ, ਸੁਭਾਅ ਮਨ ਦੀ ਸਥਿਤੀ, ਮਦਰਸਾ ਪਾਠਸ਼ਾਲਾ, ਅੱਗੇ ਬਾਬਤ ਬਾਰੇ, ਠੀਕ ਆ, ਘਾਤ ਲਾਈ ਖਲੋਤਾ ਦਾਲ ਲਾਈ ਖਲੋਤਾ। ਉਦੋਂ ਅਗਲਾ ਪੈਰਾ ਹੈਗਾ, ਸਿਆਲ ਦੇ ਦਿਨ ਸਨ, ਅਸੀਂ ਦੋਵੇਂ ਭੈਣ ਭਰਾ ਦੁਪਹਿਰ ਦੀ ਰੋਟੀ ਲੈ ਕੇ ਖੇਤ ਨੂੰ ਚੱਲ ਪਏ। ਨਿੱਘੀ ਨਿੱਘੀ ਧੁੱਪ ਪੈ ਰਹੀ ਸੀ। ਅਸੀਂ ਟੁਰੇ ਜਾਂਦੇ ਜਾਣੋ ਸਿਆਲ ਦੀ ਧੁੱਪ ਵਿੱਚ ਨੀਂਦ ਦੇ ਨਿੱਘ ਲੈ ਰਹੇ ਹਾਂ, ਪਰ ਦਿਲ ਵਿੱਚ ਸੜਕ ਲੰਘਣ ਦਾ ਡਰ ਚੂਹੇ ਵਾਂਗ ਕੀਆ ਕੁਤਰ ਰਿਹਾ ਸੀ। ਉਹ ਕਹਿੰਦੇ ਭਾਵੇਂ ਸਿਆਲ ਦਾ ਦਿਨ ਸੀਗਾ, ਅਸੀਂ ਹੌਸਲਾ ਕਰਕੇ ਅੱਗੇ ਖੇਤ ਨੂੰ ਚੱਲ ਪਏ ਸਨ, ਪਰ ਜਿਹੜਾ ਸਾਨੂੰ ਡਰ ਸੀਗਾ ਉਹ ਚੂਹੇ ਵਾਂਗ ਕੁਤਰ ਰਿਹਾ ਸੀ ਕਿ ਕੋਈ ਸਾਡੇ ਪਿੱਛੇ ਆਉਂਦਾ ਹੈ। ਅਸੀਂ ਡਰ ਨੂੰ ਦਬਾਉਣ ਦਾ ਇੱਕ ਆਮ ਤਰੀਕਾ ਵਰਤਣਾ ਚਾਹਿਆ। ਭੈਣ ਮੈਨੂੰ ਇੱਕ ਕਹਾਣੀ ਸੁਣਾਉਣ ਲੱਗ ਪਈ। ਇੱਕ ਸੀ ਰਾਜਾ, ਉਹਦੀ ਰਾਣੀ ਮਰ ਗਈ। ਮਰਨ ਲੱਗੇ ਰਾਣੀ ਨੇ ਰਾਜੇ ਨੂੰ ਕਿਹਾ ਕਿ ਤੂੰ ਮੈਨੂੰ ਇੱਕ ਕਰਾਰ ਦੇ। ਰਾਜੇ ਨੇ ਪੁੱਛਿਆ ਕਿ ਕੀ। ਇਸ ਤਰ੍ਹਾਂ ਉਹਨਾਂ ਨੂੰ ਡਰ ਤਾਂ ਲੱਗ ਰਿਹਾ ਸੀ, ਪਰ ਉਹ ਡਰ ਨੂੰ ਦਬਾਉਣ ਦੇ ਲਈ ਉਹਨਾਂ ਨੇ ਇੱਕ ਦੂਸਰੇ ਨੂੰ ਕਹਾਣੀ ਸੁਣਾਉਣ ਦਾ ਤਰੀਕਾ ਸੋਚਿਆ। ਭੈਣ ਨੇ ਕਹਾਣੀ ਸੁਣਾਉਣੀ ਸ਼ੁਰੂ ਕਰ ਦਿੱਤੀ। ਉਸਨੇ ਕਿਹਾ ਸੀ ਕਿ ਇੱਕ ਰਾਜਾ ਸੀ ਅਤੇ ਇੱਕ ਉਸਦੀ ਰਾਣੀ ਸੀ, ਅਤੇ ਉਹ ਰਾਣੀ ਜਿਹੜੀ ਉਹ ਮਰ ਗਈ ਸੀ। ਪਰ ਰਾਣੀ ਨੇ ਮਰਨ ਤੋਂ ਪਹਿਲਾਂ ਕੀ ਸੀ, ਇੱਕ ਉਸਦੇ ਨਾਲ ਕਰਾਰ ਕੀਤਾ ਸੀ। ਅੱਗੇ ਆਪਾਂ ਪੜ੍ਹਦੇ ਹਾਂ ਕਿ ਉਹਨਾਂ ਨੇ ਕੀ ਕਰਾਰ ਕੀਤਾ ਸੀ। ਹਾਂਜੀ, ਅਗਲੇ ਪੇਜ 'ਤੇ ਰਾਜੇ, ਮੈਂ ਕਹਾਣੀ ਵੱਲੋਂ ਧਿਆਨ ਮੁੜ ਕੇ ਪਿਛਾਂਹ ਪਿੰਡ ਵੱਲ ਦੇਖਿਆ ਕਿ ਕਿਤੇ ਕੋਈ ਆਦਮੀ ਸਾਡੇ ਰਾਹ ਜਾਣ ਵਾਲਾ ਆ ਰਿਹਾ ਹੋਵੇਗਾ। ਉਹ ਕਹਿੰਦਾ ਕਿ ਮੈਂ ਪਿਛਾਂਹ ਮੁੜ ਕੇ ਦੇਖਿਆ ਕਿ ਕੋਈ ਆਦਮੀ ਆਵੇਗਾ ਜਿਹੜਾ ਕਿ ਸਾਡੇ ਰਸਤੇ ਵੱਲ ਜਾਵੇਗਾ। ਤੂੰ ਸੁਣਦਾ ਨਹੀਂ ਵੀਰ, ਭੈਣ ਨੇ ਮੇਰੇ ਮੋਢੇ ਨੂੰ ਹਲੂਣ ਕੇ ਆਖਿਆ। ਹਲੂਣ ਕੇ ਮਤਲਬ ਕਿ ਹਿਲਾ ਕੇ ਉਸਨਾਂ ਨੂੰ ਕਿਹਾ ਕਿ ਤੂੰ ਵੀਰ ਸੁਣਦਾ ਨਹੀਂ, ਤੂੰ ਪਿੱਛੇ ਦੇਖੀ ਜਾਣਾ। ਨਹੀਂ ਮੈਂ ਸੁਣਦਾ, ਮੈਂ ਭਰਾਵਾਂ ਵਾਲੀ ਗੁਸਤਾਖੀ ਨਾਲ ਜਵਾਬ ਦਿੱਤਾ। ਉਹ ਕਹਿੰਦੇ ਮੈਂ ਬੜੀ ਗੁਸਤਾਖੀ ਨਾਲ, ਬੜੀ ਚਲਾਕੀ ਦੇ ਨਾਲ ਭੈਣ ਨੂੰ ਜਵਾਬ ਦਿੱਤਾ ਕਿ ਮੈਂ ਤੇਰੀ ਜਿਹੜੀ ਕਹਾਣੀ ਆ ਉਹ ਸੁਣਦਾ। ਅੱਛਾ, ਜਦ ਉਹ ਰਾਣੀ ਮੰਨ ਲੱਗੀ ਤਾਂ ਉਸਨੇ ਰਾਜੇ ਨੂੰ ਸੱਦ ਕੇ ਕਿਹਾ ਤੂੰ ਮੇਰੇ ਨਾਲ ਕਰਾਰ ਕਰ। ਜਦੋਂ ਰਾਣੀ ਮੰਨ ਲੱਗੀ ਤਾਂ ਉਸਨੇ ਰਾਜੇ ਨੂੰ ਸੱਦਿਆ ਕਿ ਤੂੰ ਮੇਰੇ ਨਾਲ ਇੱਕ ਕਰਾਰ ਕਰ। ਰਾਜੇ ਨੇ ਪੁੱਛਿਆ ਕੀ। ਰਾਣੀ ਨੇ ਕਿਹਾ ਕਿ ਤੂੰ ਹੋਰ ਵਿਆਹ ਨਾ ਕਰਾਈ। ਸੱਚ ਮੈਂ ਦੱਸਣਾ ਭੁੱਲ ਗਈ, ਰਾਣੀ ਦੇ 2 ਪੁੱਤ ਤੇ ਇੱਕ ਧੀ ਸੀਗੇ। ਤਾਂ ਉਹ ਕਹਾਣੀ ਸੁਣਾਉਂਦੀ ਹੋਈ ਕਹਿੰਦੀ ਹੈ ਕਿ ਰਾਜੇ ਨੇ ਜਦ ਪੁੱਛਿਆ ਤਾਂ ਰਾਣੀ ਨੇ ਕਿਹਾ ਕਿ ਤੂੰ ਮੇਰੇ ਨਾਲ ਇੱਕ ਪਰਨ ਕਰ, ਇੱਕ ਵਾਅਦਾ ਕਰ ਤੇ ਤੂੰ ਦੂਸਰਾ ਵਿਆਹ ਨਾ ਕਰਵਾਵੀਂ। ਉਹਨਾਂ ਦੇ 2 ਪੁੱਤ ਤੇ ਇੱਕ ਧੀ ਸਨ। ਸਾਨੂੰ ਰਾਜਾ ਤੇ ਰਾਣੀ ਆਪਣੇ ਮਾਪਿਆਂ ਵਰਗੇ ਭਾਸਦੇ ਜਾਪਦੇ। ਜੇ ਸਾਡੀ ਮਾਂ ਮਰਨ ਲੱਗੇ ਤਾਂ ਸਾਡੇ ਪਿਓ ਨੂੰ ਵੀ ਇਹ ਵਚਨ ਦੇਣ ਲਈ ਆਖੇ। ਇਹ ਖਿਆਲ ਸਾਡੇ ਅਚੇਤ ਮਨ ਦੇ ਵਿੱਚ ਕੰਮ ਕਰ ਰਿਹਾ ਹੋਵੇਗਾ। ਮੈਨੂੰ ਉਹ ਧੀ ਆਪਣੀ ਭੈਣ ਲੱਗੀ ਤੇ ਉਹਦਾ ਪੁੱਤ ਆਪਣਾ ਆਪ ਲੱਗਾ। ਇਸ ਤਰ੍ਹਾਂ ਉਹਨਾਂ ਨੂੰ, ਲੇਖਕ ਨੂੰ ਜਿਹੜੇ ਆ ਰਾਜਾ ਤੇ ਰਾਣੀ ਆਪਣੇ ਮਾਂ ਬਾਪ ਵਾਂਗ ਲੱਗੇ ਅਤੇ ਜਿਹੜਾ ਉਸਦਾ ਦਾ ਪੁੱਤਰ ਹੈ ਉਹ ਆਪ ਲੱਗਿਆ ਅਤੇ ਉਹਨਾਂ ਦੀ ਧੀ ਜਿਹੜੀ ਉਸਦੀ ਭੈਣ ਲੱਗੀ। ਮੇਰੀ ਭੈਣ ਪਿੰਡ ਵੱਲ ਵੇਖ ਰਹੀ ਸੀ। ਸੁਣਾ ਗਾਹਾਂ ਮੈਂ ਉਸ ਨੂੰ ਪਹਿਲੀ ਤਰ੍ਹਾਂ ਹੀ ਖਰਵੇਂ ਬੋਲਦੇ ਨਾਲ ਕਿਹਾ। ਅਤੇ ਉਸਨੇ ਭੈਣ ਜਦੋਂ ਵਾਪਸ ਪਿੱਛੇ ਵੱਲ ਪਿੰਡ ਵੱਲ ਦੇਖ ਰਹੀ ਸੀ, ਕਿਉਂਕਿ ਉਹਨਾਂ ਨੂੰ ਡਰ ਲੱਗ ਰਿਹਾ ਸੀ ਕਿ ਕੋਈ ਸਾਡੇ ਪਿੱਛੇ ਆਉਂਦਾ ਹੈ, ਤਾਂ ਭਰਾ ਨੇ ਕਿਹਾ ਕਿ ਉਸ ਨੂੰ ਅੱਗੇ ਹੋਰ ਜਿਹੜੀ ਆ ਸੁਣਾਵੇ। ਅਗਾਹਾਂ ਕਿ ਮਤਲਬ ਕਿ ਅੱਗੇ ਕਹਾਣੀ ਸੁਣਾਵੇ। ਖਰਮੇ ਹੁੰਦਾ ਰੁੱਖੇ ਬੋਲਾਂ ਦੇ ਨਾਲ ਕਿਹਾ, ਰੁੱਖੀ ਆਵਾਜ਼ ਦੇ ਨਾਲ। ਰਾਣੀ ਨੇ ਕਿਹਾ ਬਈ ਮੇਰੇ ਪੁੱਤ ਤੇ ਧੀ ਨੂੰ ਮਤਰੇਈ ਦੁੱਖ ਦੇਊਗੀ। ਭੈਣ ਨੇ ਹੋਰ ਵੀ ਮਿੱਠੀ ਤੇ ਹੋਰ ਵੀ ਤ੍ਰੀਮਤ ਬਣ ਕੇ ਦੱਸਿਆ ਕਿ ਇਸ ਲਈ ਉਸਨੇ ਰਾਜੇ ਤੋਂ ਇਹ ਕਰਾਰ ਮੰਗਿਆ। ਰਾਜੇ ਨੇ ਕਿਹਾ ਕਿ ਚੰਗਾ, ਮੈਂ ਕਰਾਰ ਦਿੰਦਾ। ਉਹ ਕਹਿੰਦਾ ਕਿ ਜੇਕਰ ਹੋਰ ਮਤਰੇਈ ਮਾਂ ਹੋਊਗੀ, ਰਾਣੀ ਨੇ ਕਿਹਾ, ਤਾਂ ਉਹ ਜਿਹੜੇ ਮੇਰੇ ਬੱਚਿਆਂ ਨੂੰ ਦੁੱਖ ਦੇਊਗੀ। ਇਸ ਤਰ੍ਹਾਂ ਉਹਨੇ ਮਿੱਠੇ ਜਿਹੇ ਤੇ ਤ੍ਰੀਮਤ ਭਰੇ ਬੋਲ ਦੇ ਨਾਲ ਜਿਹੜੀ ਭੈਣ ਉਹਦੀ ਕਹਾਣੀ ਸੁਣਾ ਰਹੀ ਸੀ। ਅੱਗੇ ਜਿਵੇਂ ਕਿਤੇ ਜੇ ਰਾਜਾ ਇਹ ਕਰਾਰ ਨਾ ਦਿੰਦਾ ਤਾਂ ਰਾਣੀ ਮਨ ਤੋਂ ਨਾਂਹ ਕਰ ਦਿੰਦੀ। ਭਾਵੇਂ ਅਸੀਂ ਦੋਹਾਂ ਨੇ ਇਹ ਸੁਣਿਆ ਹੋਇਆ ਸੀ ਕਿ ਦਿਨੇ ਕਹਾਣੀਆਂ ਪਾਉਣ ਦੇ ਨਾਲ ਰਾਹ ਭੁੱਲ ਜਾਂਦੇ ਹਨ ਅਤੇ ਅਸਾਂ ਇੱਕ ਦੂਜੇ ਨੂੰ
ਇਹ ਚੇਤਾਵਨੀ ਨਾ ਕਰਵਾਏ ਤੇ ਇਸ ਸੂਝ ਨੂੰ ਆਪਣੇ ਦਿਲਾਂ ਦੇ ਵਿਚਾਰਾਂ ਤੇ ਅਸਰ ਨਾ ਕਰਨ ਦਿੱਤਾ। ਉਹ ਕਹਿੰਦੇ ਕਿ ਅਸੀਂ ਤਾਂ ਕਹਾਣੀ ਇੱਕ ਦੂਸਰੇ ਨੂੰ ਸੁਣਾ ਰਹੇ ਸਨ ਕਿ ਸਾਨੂੰ ਡਰ ਨਾ ਲੱਗੇ, ਪਰ ਇਹ ਵੀ ਅਸੀਂ ਸੁਣਿਆ ਹੁੰਦਾ ਸੀ ਨਿੱਕੇ ਹੁੰਦਿਆਂ ਨੇ ਕਿ ਜੇਕਰ ਕਿਸੇ ਨੂੰ ਬਾਤ ਜਾਂ ਕਹਾਣੀ ਸੁਣਾਉਂਦੇ ਹਾਂ ਤਾਂ ਰਾਹ ਭੁੱਲ ਜਾਂਦੇ ਹਾਂ, ਪਰ ਅਸੀਂ ਇਹ ਮਨ ਦੇ ਵਿੱਚ ਯਾਦ ਨਾ ਰੱਖਿਆ ਕਿਉਂਕਿ ਅਸੀਂ ਡਰ ਨੂੰ ਦਬਾਉਣਾ ਸੀ ਨਾ, ਇਸ ਲਈ ਜਿਹੜੀ ਉਸਦੀ ਭੈਣ ਕਹਾਣੀ ਸੁਣਾ ਰਹੀ ਸੀ। ਪਰ ਰਾਜੇ ਨੇ ਝੱਟ ਹੀ ਦੂਜਾ ਵਿਆਹ ਕਰਵਾ ਲਿਆ ਸੀ। ਕੀ ਕਿਹਾ ਸੀ? ਪਰ ਰਾਜੇ ਨੇ ਉਹ ਕਹਿੰਦੀ ਵਿਆਹ ਕਰਵਾ ਲਿਆ ਸੀ। ਪਿਛਲੇ ਮੋੜ 'ਤੇ ਸਾਨੂੰ ਇੱਕ ਆਦਮੀ ਆਉਂਦਾ ਦਿਸਿਆ। ਅਸਾਂ ਸੁੱਖ ਦਾ ਸਾਹ ਭਰਿਆ ਤੇ ਉਸ ਨੂੰ ਨਾਰ ਲਾਉਣ ਲਈ ਖਲੋ ਗਏ। ਸਾਡੀ ਬਾਤ ਵੀ ਖਲੋ ਗਈ, ਪਰ ਉਹ ਆਦਮੀ ਕਿਸੇ ਹੋਰ ਪਾਸੇ ਨੂੰ ਜਾ ਰਿਹਾ ਸੀ, ਸਾਡੇ ਵੱਲ ਨਾ ਮੁੜਿਆ। ਜਿਸ ਮੰਤਵ ਨੂੰ ਪੂਰਾ ਕਰਨ ਦੇ ਲਈ ਇਹ ਬਾਤ ਦਾ ਪਖੰਡ ਰਚਿਆ ਸੀ, ਉਹ ਪੂਰਾ ਨਾ ਹੋ ਸਕਿਆ। ਸਾਡਾ ਖਿਆਲ ਸੀ ਕਿ ਬਾਤ ਦੇ ਰੁਝੇਵੇਂ ਵਿੱਚ ਅਸੀਂ ਚੇਤ ਹੀ ਸੜਕ ਪਾਰ ਹੋ ਜਾਵਾਂਗੇ, ਪਰ ਹੁਣ ਜਦ ਸੜਕ ਕਮਾਓ ਕੋ ਦੂਰ ਰਹਿ ਗਈ ਤਾਂ ਸਾਡੀ ਕਹਾਣੀ ਵੀ ਠਠੰਬਰ ਕੇ ਖਲੋ ਗਈ। ਅਸੀਂ ਵੀ ਸਹਿਮ ਕੇ ਖਲੋ ਗਏ। ਠਠੰਬਰ ਕੇ ਸਹਿਮ ਕੇ ਮਤਲਬ ਕਿ ਡਰ ਕੇ ਖਲੋ ਗਏ। ਉਹਨਾਂ ਨੇ ਕਿਹਾ ਕਿ ਅਸੀਂ ਕਹਾਣੀ ਸੁਣਾਉਂਦੇ ਰਹਾਂਗੇ ਤਾਂ ਉਦੋਂ ਨੂੰ ਕੋਈ ਜਾਣਾ ਆ ਜਾਊਗਾ ਸਾਡੇ ਕੋਲ, ਤਾਂ ਅਸੀਂ ਜਿਹੜਾ ਰਸਤਾ ਆਸਾਨੀ ਦੇ ਨਾਲ ਪਾਰ ਕਰ ਜਾਵਾਂਗੇ। ਇਸ ਲਈ ਉਹ ਇੱਕ ਦੂਸਰੇ ਨੂੰ ਕਹਾਣੀ ਸੁਣਾਉਣ ਲੱਗੇ। ਅੱਗੇ ਹੈ ਰਾਜੇ 10-20 ਕਦਮ ਹੋਰ ਪੁੱਟੇ ਤਾਂ ਸਾਡਾ ਡਰ ਹੋਰ ਵੱਧ ਗਿਆ। ਸੜਕ ਵਿੱਚ ਇੱਕ ਪਾਸੇ ਇੱਕ ਕਾਲੇ ਸੂਫ ਦੀ ਵਾਸਕਟ ਤੇ ਪਠਾਣਾ ਵਰਗੀ ਖੁੱਲੀ ਸਲਵਾਰ ਵਾਲਾ ਆਦਮੀ ਲੰਮਾ ਪਿਆ ਸੀ। ਉਹ ਕਹਿੰਦੇ 10-20 ਕਦਮ, ਜਦੋਂ ਪੈਰਾਂ ਦੇ ਕਦਮ ਜਿਹੜੇ 10-20 ਹੋਰ ਪੁੱਟੇ ਤਾਂ ਉਹਨਾਂ ਨੂੰ ਲੱਗ ਰਿਹਾ ਕਿ ਉੱਥੇ ਕੋਈ ਦੂਰ ਜਿਹੜਾ ਹੈ ਉਹ ਸੂਫ ਦੀ ਵਾਸਕਟ ਤੇ ਪਠਾਣਾ ਵਰਗੀ ਖੁੱਲੀ ਸਲਵਾਰ ਵਾਲਾ ਆਦਮੀ ਲੰਮਾ ਪਿਆ। ਜਿਵੇਂ ਤੁਸੀਂ ਆਹ ਤਸਵੀਰ ਵਿੱਚ ਵੇਖਦੇ ਆ ਨਾ ਰਾਜੇ, ਕਿ ਭੈਣ ਤੇ ਭਰਾ ਦੋਨੋਂ ਖੜੇ ਆ ਤੇ ਉਹਨਾਂ ਨੂੰ ਇੱਕ ਦਰਖਤ ਦੇ ਥੱਲੇ ਦੂਰ ਜਿਹੜਾ ਆਦਮੀ ਪਿਆ ਦਿਸ ਰਿਹਾ ਹੈ। ਉਸ ਦੇ ਜਿਹੜੇ ਸੂਫ ਦਾ ਕੱਪੜੇ ਦੀ ਵਾਸਕਟ ਹੁੰਦੀ ਆ, ਜੈਕਟ ਤੇ ਪਠਾਣਾ ਵਰਗੀ ਜਿਹੜੀ ਆ ਉਹਦੀ ਪੋਸ਼ਾਕ ਪਾਈ ਹੋਈ ਸੀ, ਸਲਵਾਰ ਤੇ ਕਮੀਜ਼, ਤੇ ਉਹ ਆਦਮੀ ਲੰਮਾ ਪਿਆ। ਉਹ ਦੇਖ ਬੀਬੀ ਰਾਸ਼ਾ ਪਿਆ। ਠੀਕ ਹੈ, ਬੀਬੀ ਭੈਣ ਨੂੰ ਕਿਹਾ ਗਿਆ ਹੈ। ਉਹ ਕਹਿੰਦਾ ਹੈ, ਉਸਦਾ ਭਰਾ ਕਹਿੰਦਾ ਕਿ ਬੀਬੀ ਉਹ ਦੇਖ ਰਾਸ਼ਾ ਜਿਹੜਾ ਰਾਖਸ਼ ਪਿਆ ਹੈ। ਉਹ ਉਸ ਆਦਮੀ ਨੇ ਪਾਸਾ ਪਰਤਿਆ। ਇਸ ਤਰ੍ਹਾਂ ਲੱਗਦਾ ਕਿ ਉਹ ਆਦਮੀ ਜਿਹੜੇ ਨੇ ਦੂਸਰਾ ਪਾਸਾ ਕੀਤਾ, ਮਤਲਬ ਕਿ ਦੂਸਰੇ ਪਾਸੇ ਵੱਲ ਮੂੰਹ ਕੀਤਾ। ਇਹ ਤਾਂ ਹਿਲਦਾ ਜਾਗਦਾ, ਮੇਰੀ ਭੈਣ ਨੇ ਸਹਿਮ ਕੇ ਆਖਿਆ। ਹੁਣ ਕੀ ਕਰੀਏ? ਇਹ ਆਪਾਂ ਨੂੰ ਫੜ ਲਓ। ਠੀਕ ਹੈ, ਉਹ ਕਹਿੰਦੇ ਆ ਕਿ ਉਹਨਾਂ ਨੂੰ ਦੋਵਾਂ ਨੂੰ ਡਰ ਲੱਗਣ ਲੱਗ ਗਿਆ। ਮੇਰੀ ਭੈਣ ਨੇ ਸਹਿਮ ਕੇ ਆਖਿਆ ਕਿ ਹੁਣ ਆਪਾਂ ਕੀ ਕਰਾਂਗੇ? ਇਹ ਹਿਲਦਾ ਏ ਤੇ ਇਹ ਆਪਾਂ ਨੂੰ ਫੜ ਲਵੇਗਾ। ਹੋਰ ਕੀ? ਉਸਨੇ ਜਵਾਬ ਦਿੱਤਾ। ਅਸੀਂ ਰਾਤ ਨੂੰ ਘਰੋਂ ਬਾਹਰ ਤਾਂ ਘੱਟ ਹੀ ਕਦੇ ਨਿਕਲੇ ਸਾਂ, ਪਰ ਇਹ ਸੁਣਿਆ ਹੋਇਆ ਸੀ ਕਿ ਜੇ ਡਰ ਲੱਗੇ ਤਾਂ ਵਾਹਿਗੁਰੂ ਦਾ ਨਾਂ ਲੈਣਾ ਚਾਹੀਦਾ ਹੈ, ਫਿਰ ਡਰ ਹਟ ਜਾਂਦਾ ਹੈ। ਉਹ ਕਹਿੰਦੇ ਅਸੀਂ ਘਰੋਂ ਰਾਤ ਨੂੰ ਘੱਟ ਬਾਹਰ ਨਿਕਲੇ ਸੀ, ਪਰ ਅਸੀਂ ਇਹ ਸੁਣਿਆ ਹੋਇਆ ਸੀ ਆਪਣੇ ਬਜ਼ੁਰਗਾਂ ਤੋਂ, ਤੇ ਵਾਹਿਗੁਰੂ ਵਾਹਿਗੁਰੂ ਕਰੀਏ ਤਾਂ ਡਰ ਜਿਹੜਾ ਉਹ ਨਹੀਂ ਲੱਗਦਾ। ਵਾਹਿਗੁਰੂ ਤੋਂ ਤਾਂ ਭੂਤ ਪ੍ਰੇਤ ਵੀ ਡਰਦੇ ਹਨ, ਆਦਮੀ ਨਹੀਂ। ਮੇਰੀ ਭੈਣ ਨੇ ਕਿਹਾ, ਉਹਦੀ ਭੈਣ ਨੇ ਕਿਹਾ ਕਿ ਵਾਹਿਗੁਰੂ ਤੋਂ ਤਾਂ ਭੂਤ ਪ੍ਰੇਤ ਹੀ ਡਰਦੇ ਆ ਤੇ ਆਦਮੀ ਨਹੀਂ। ਮੈਂ ਮੰਨ ਗਿਆ। ਸੜਕ ਵਿੱਚ ਲੇਕਿਨ ਇਸ ਤਰ੍ਹਾਂ ਉਹਨੇ ਕਿਹਾ ਤੇ ਮੈਂ ਇਹ ਗੱਲ ਉਹਦੀ ਮੰਨ ਲਈ। ਸੜਕ ਵਿੱਚ ਪਿਆ ਰਾਸ਼ਾ ਤਾਂ ਆਦਮੀ ਸੀ, ਉਹ ਰੱਬ ਤੋਂ ਕਾਦਰ ਡਰ ਲੱਗਾ। ਉਹ ਕਹਿੰਦਾ ਇਹ ਤਾਂ ਰਾਸ਼ਾ ਜਿਹੜਾ ਹੈ ਉਹ ਆਦਮੀ ਆ, ਇਹ ਰੱਬ ਤੋਂ ਨਹੀਂ ਡਰੇਗਾ। ਤਾਂ ਫਿਰ ਹੁਣ ਕੀ ਕਰੀਏ? ਤਾਂ ਉਸਨੇ ਆਖਿਆ ਕਿ ਹੁਣ ਆਪਾਂ ਕੀ ਕਰਾਂਗੇ? ਅਸੀਂ 5-7 ਮਿੰਟ ਸਹਿਮ ਕੇ ਖਲੋਤੇ ਰਹੇ, ਮਤਲਬ ਕਿ ਉੱਥੇ ਖਲੋਤਾ ਹੁੰਦੇ ਖੜੇ ਰਹੇ ਅਸੀਂ। ਕਿੰਨਾ ਟਾਈਮ? 5-7 ਮਿੰਟ। ਹਾਲੇ ਵੀ ਸਾਡੇ ਦਿਲਾਂ ਵਿੱਚ ਆਸ ਸੀ ਕਿ ਕੋਈ ਆਦਮੀ ਇਸ ਰਾਸ਼ੇ ਨੂੰ ਡਰਾਉਣ ਵਾਲਾ ਸਾਡੇ ਨਾਲ ਆ ਮਿਲੇਗਾ, ਪਰ ਇਹ ਆਸ ਪੂਰੀ ਹੁੰਦੀ ਨਾ ਸੀ। ਉਹਨਾਂ ਨੂੰ ਹਜੇ ਵੀ ਉਡੀਕ ਸੀ ਕਿ ਕੋਈ ਆਦਮੀ ਆਊਗਾ ਤੇ ਉਹ ਸਾਨੂੰ ਜਿਹੜਾ ਰਸਤਾ ਪਾਰ ਕਰਾ ਦੇਵੇਗਾ। ਅਸੀਂ ਇੱਕ ਦੂਸਰੇ ਦੇ ਮੂੰਹ ਵੱਲ ਤੱਕਦੇ ਰਹੇ, ਪਰ ਅਜਿਹੇ ਸਮੇਂ ਅਸੀਂ ਉਸ ਵੇਲੇ ਇੱਕ ਦੂਸਰੇ ਦੇ ਚਿਹਰਿਆਂ ਵਿੱਚ ਕੀ ਲੱਭ ਸਕਦੇ ਸਾਂ? ਸਾਡਾ ਭੁਲੱਪਣ, ਸਾਡੀ ਏਕਤਾ ਬੇਕਰਾਰ ਹੋਏ ਖਲੋਤੇ ਸਨ। ਕੁਝ ਮਿੰਟਾਂ ਬਾਅਦ ਮੇਰਾ ਰੋਣ ਨਿਕਲ ਗਿਆ। ਲੇਖਕ ਕਹਿੰਦਾ ਕਿ ਅਸੀਂ ਇੱਕ ਦੂਸਰੇ ਦੇ ਮੂੰਹ ਵੱਲ ਦੇਖਦੇ ਰਹੇ, ਇੱਕ ਦੂਸਰੇ ਦੇ ਚਿਹਰੇ ਵਿੱਚ ਹੋਰ ਕੀ ਲੱਭ ਸਕਦੇ ਸਨ? ਬਸ ਇਹੀ ਦੇਖਦੇ ਹਾਂ ਕਿ ਇਸ ਤਰ੍ਹਾਂ ਭੋਲਾਪਣ ਇੱਕ ਦੂਸਰੇ ਦੇ ਮੂੰਹ ਤੇ ਕਿਵੇਂ ਇਕੱਠੇ ਹੋਏ ਏਕਤਾ ਦੇ ਨਾਲ ਇੱਕ ਦੂਸਰੇ ਦਾ ਸਾਥ ਦਿੰਦੇ ਆ, ਬੇਸਬਰੀ ਦੇ ਨਾਲ ਕਿਸੇ ਨੂੰ ਉਡੀਕ ਕਰ ਰਹੇ ਹਨ। ਤੇ ਕੁਝ ਮਿੰਟਾਂ ਬਾਅਦ ਉਸਦੇ ਮਨ ਵਿੱਚ ਇੰਨਾ ਡਰ ਬਹਿ ਗਿਆ ਸੀ, ਲੇਖਕ ਦੇ ਮਨ ਵਿੱਚ ਇੰਨਾ ਡਰ ਬਹਿ ਗਿਆ ਸੀ ਕਿ ਉਸਦਾ ਰੋਣ ਨਿਕਲਣ ਲੱਗ ਗਿਆ ਸੀ। ਹਾਂਜੀ ਰਾਜੇ, ਅੱਗੇ ਭੈਣ
ਮੇਰੀ ਭੈਣ ਨੇ ਪੱਲੇ ਨਾਲ ਮੇਰੇ ਅੱਥਰੂ ਪੂੰਝਦੇ ਆਖਿਆ, ਨਾ ਵੀ ਰੋਣਾ ਕਿਉਂ ਆ, ਆਪਾਂ ਇੱਥੇ ਖੜੋਨੇ ਆ, ਹੁਣੇ ਪਿੰਡੋਂ ਕੋਈ ਆ ਜਾਓ। ਉਹ ਕਹਿੰਦੇ ਆ ਕਿ ਤੂੰ ਮੇਰਾ ਭਰਾ ਜਿਹੜਾ ਰੋ ਨਾ, ਕੋਈ ਇੱਥੇ ਕੋਈ ਨਾ ਕੋਈ ਆ ਜਾਊਗਾ ਤੇ ਆਪਾਂ ਸੜਕ ਪਾਰ ਕਰ ਲਵਾਂਗੇ। ਅਸਾਂ ਕੁਝ ਕਦਮ ਸੜਕ ਵੱਲ ਪੁੱਟੇ, ਫਿਰ ਖਲੋ ਗਏ, ਫਿਰ ਉਹ ਹੀ 5 ਕਦਮ ਮੁੜ ਆਏ। ਕਹਿੰਦੇ ਅੱਗੇ ਥੋੜ੍ਹਾ ਜਿਹਾ ਹੋਏ, ਫਿਰ 5 ਕਦਮ ਉਹਨੇ ਹੀ ਪਿੱਛੇ ਮੁੜ ਆਏ। ਅੰਤ ਮੇਰੀ ਭੈਣ ਨੇ ਕੁਝ ਵਿਚਾਰ ਬਾਅਦ ਕਿਹਾ, ਆਪਾਂ ਕਹਾਂਗੇ ਅਸੀਂ ਤਾਂ ਪੇਮੀ ਦੇ ਨਿਆਣੇ ਹਾਂ, ਸਾਨੂੰ ਨਾ ਫੜ। ਉਹਨਾਂ ਨੇ ਕਿਹਾ ਕਿ ਅਸੀਂ ਕਹਾਂਗੇ ਅਸੀਂ ਤਾਂ ਪੇਮੀ ਦੇ ਨਿਆਣੇ ਆ, ਕਿ ਸਾਨੂੰ ਫੜਿਆ ਨਾ ਜਾਵੇ। ਉਸ ਦੇ ਮੂੰਹੋਂ ਵਿੱਚੋਂ ਪੇਮੀ ਸ਼ਬਦ ਬੜਾ ਮਿੱਠਾ ਨਿਕਲਦਾ ਹੁੰਦਾ ਸੀ ਤੇ ਹੁਣ ਜਦ ਉਹ ਮੇਰੇ ਵੱਲ ਝੁੱਕ ਕੇ ਮੈਨੂੰ ਤੇ ਆਪਣੇ ਆਪ ਨੂੰ ਦਿਲਾਸਾ ਦੇ ਰਹੀ ਸੀ, ਉਹ ਖੁਦ ਪੇਮੀ ਬਣੀ ਹੋਈ ਸੀ। ਇਸ ਤਰ੍ਹਾਂ ਜਦੋਂ ਉਸਦੀ ਭੈਣ ਲੇਖਕ ਦੀ ਪੇਮੀ ਕਹਿੰਦੀ ਸੀ ਤਾਂ ਲੇਖਕ ਨੂੰ ਬਹੁਤ ਚੰਗਾ ਲੱਗਦਾ ਸੀ ਕਿ ਉਹ ਇਸ ਤਰ੍ਹਾਂ ਲੱਗਣ ਲੱਗ ਗਿਆ ਕਿ ਉਹ ਪੇਮੀ ਖੁਦ ਹੀ ਹੈ। ਮੇਰੇ ਦਿਲ ਨੂੰ ਢਾਰਸ ਵੱਜ ਗਿਆ। ਰਾਸ਼ੇ ਨੂੰ ਜਦ ਪਤਾ ਲੱਗੇਗਾ ਕਿ ਅਸੀਂ ਪੇਮੀ ਦੇ ਨਿਆਣੇ ਹਾਂ ਤਾਂ ਉਹ ਸਾਨੂੰ ਕੁਝ ਨਹੀਂ ਆਖੇਗਾ, ਨਹੀਂ ਪਕੜੇਗਾ। ਇਸ ਤਰ੍ਹਾਂ ਲੇਖਕ ਨੂੰ ਧੀਰਜ ਜਿਹਾ ਵੱਜ ਗਿਆ ਸੀ ਕਿ ਜੇਕਰ ਉਹ ਰਾਸ਼ੇ ਨੂੰ ਆਖੇਗੀ ਕਿ ਅਸੀਂ ਪੇਮੀ ਦੇ ਨਿਆਣੇ ਹਾਂ ਤਾਂ ਲਾਸ਼ਾ ਉਹਨਾਂ ਨੂੰ ਛੱਡ ਦੇਵੇਗਾ। ਜਿਵੇਂ ਕੰਬਦਾ ਹਿਰਦਾ ਤੇ ਥਿੜਕਦੇ ਪੈਰ ਵਾਹਿਗੁਰੂ ਵਾਹਿਗੁਰੂ ਕਹਿੰਦੇ ਤੇ ਸ਼ਮਸ਼ਾਨ ਭੂਮੀ ਵਿੱਚੋਂ ਗੁਜ਼ਰ ਜਾਂਦੇ ਹਨ, ਉਵੇਂ ਹੀ ਅਸੀਂ ਪੇਮੀ ਦਾ ਨਾਂ ਲੈ ਕੇ ਸੜਕ ਪਾਰ ਹੋ ਗਏ। ਰਾਸ਼ਾ ਉਸੇ ਤਰ੍ਹਾਂ ਉੱਥੇ ਹੀ ਪਿਆ ਰਿਹਾ। ਲੇਖਕ ਕਹਿੰਦਾ ਹੈ ਕਿ ਜਿਵੇਂ ਅਸੀਂ ਕੰਬਦੇ ਹਿਰਦੇ ਨਾਲ ਡਰਦੇ ਹੋਏ ਪੈਰ ਜਦੋਂ ਥਿੜਕਦੇ, ਮਤਲਬ ਕਿ ਕੰਬਦੇ ਆ, ਵਾਹਿਗੁਰੂ ਵਾਹਿਗੁਰੂ ਕਰਦੇ ਆ, ਸ਼ਮਸ਼ਾਨ ਭੂਮੀ ਦੇ ਵਿੱਚੋਂ ਬਾਹਰ ਨਿਕਲਦੇ ਹਾਂ ਤਾਂ ਉੱਥੋਂ ਗੁਜ਼ਰ ਜਾਂਦੇ ਹਾਂ, ਮਤਲਬ ਕਿ ਨਿਕਲ ਜਾਂਦੇ ਹਾਂ, ਅਤੇ ਉਹਨੂੰ ਉਵੇਂ ਹੀ ਅਸੀਂ ਪੇਮੀ ਦਾ ਨਾਂ ਲੈ ਕੇ ਕੀ ਕਹਿੰਦੇ ਸੜਕ ਪਾਰ ਕਰਕੇ ਡਰਦੇ ਹੋਏ ਕੰਬਦੇ ਹੋਏ। ਰਾਸ਼ਾ ਉਸੇ ਤਰ੍ਹਾਂ ਉੱਥੇ ਹੀ ਪਿਆ ਰਿਹਾ ਸੀ ਅਤੇ ਉਸਨੇ ਉਹਨਾਂ ਨੂੰ ਕੋਈ ਨਹੀਂ ਕਿਹਾ। ਹਾਂਜੀ ਰਾਜੇ, ਅੱਗੇ ਆਪਾਂ ਇਸ ਦੇ ਪ੍ਰਸ਼ਨ ਉੱਤਰ ਜਿਹੜੇ ਉਹ ਕਰਦੇ ਹਾਂ। ਪਹਿਲਾ ਹੈਗਾ ਤੁਹਾਡਾ ਪ੍ਰਸ਼ਨ, ਲੇਖਕ ਅਤੇ ਉਸ ਦੀ ਭੈਣ ਨੂੰ ਬਚਪਨ ਵਿੱਚ ਹਰ ਰੋਜ਼ ਕਿੱਥੇ ਜਾਣਾ ਪੈਂਦਾ ਸੀ? ਆਨਸਰ ਹੈਗਾ ਲੇਖਕ ਅਤੇ ਉਸ ਦੀ ਭੈਣ ਨੂੰ ਬਚਪਨ ਵਿੱਚ ਹਰ ਰੋਜ਼ ਖੇਤ ਵਿੱਚ ਬਾਪੂ ਅਤੇ ਕਾਮੇ ਦੀ ਰੋਟੀ ਫੜਾਉਣ ਜਾਣਾ ਪੈਂਦਾ ਸੀ। ਕਿੱਥੇ ਜਾਣਾ ਪੈਂਦਾ ਸੀ? ਖੇਤ, ਬਾਪੂ ਅਤੇ ਕਾਮੇ ਦੀ ਰੋਟੀ ਫੜਾਉਣ। ਅਗਲਾ ਪ੍ਰਸ਼ਨ ਹੈ, ਬੱਚਿਆਂ ਨੂੰ ਕਿਹੜੀ ਗੱਲ ਭੈ ਸਾਗਰ ਲੱਗਦੀ ਸੀ ਤੇ ਕਿਉਂ? ਬੱਚਿਆਂ ਨੂੰ ਜਰਨੈਲੀ ਸੜਕ ਭੈ ਸਾਗਰ ਲੱਗਦੀ ਸੀ ਕਿਉਂਕਿ ਇਹ ਸੜਕ ਕਈ ਜਾਂਗਲੀਆਂ, ਪਠਾਣਾਂ, ਰਾਸ਼ਿਆਂ ਤੇ ਹੋਰ ਪਰਦੇਸੀਆਂ ਦਾ ਲਾਂਘਾ ਸੀ। ਅਗਲਾ ਪ੍ਰਸ਼ਨ ਹੈ, ਲੇਖਕ ਕਿਹੜੀਆਂ ਗੱਲਾਂ ਨੂੰ ਨਰਕ ਅਤੇ ਕਿਹੜੀਆਂ ਨੂੰ ਸੁਰਗ ਆਖਦਾ ਹੈ? ਲੇਖਕ ਮਰਦੱਸੇ ਜਾਣ ਅਤੇ ਜਰਨੈਲੀ ਸੜਕ ਪਾਰ ਕਰਨ ਦੀ ਖੇਚਲ ਨੂੰ ਨਰਕ ਅਤੇ ਖੇਤ ਜਾਣ ਨੂੰ ਸਵਰਗ ਆਖਦਾ ਸੀ। ਅਗਲਾ ਪ੍ਰਸ਼ਨ ਫੋਰਥ ਹੈ, ਲੇਖਕ ਅਤੇ ਉਸ ਦੀ ਭੈਣ ਨੇ ਸੜਕ ਪਾਰ ਕਰਨ ਦੇ ਡਰ ਨੂੰ ਦਬਾਉਣ ਲਈ ਕਿਹੜਾ ਤਰੀਕਾ ਸੋਚਿਆ? ਲੇਖਕ ਅਤੇ ਉਸ ਦੀ ਭੈਣ ਨੇ ਪੇਮੀ ਦੇ ਨਿਆਣੇ ਸ਼ਬਦ ਆਖਣ ਦੇ ਬਾਰੇ ਸੋਚਦਿਆਂ ਸੜਕ ਨੂੰ ਪਾਰ ਕਰਨ ਦਾ ਫੈਸਲਾ ਕੀਤਾ। ਤੁਸੀਂ ਦੇਖਿਆ ਹੀ ਹੈ, ਸੁਣਿਆ ਹੀ ਹੈ ਰਾਜੇ ਆਪਾਂ ਕਿ ਉਸਨੇ ਪੇਮੀ ਸ਼ਬਦ ਵਰਤਿਆ ਅਤੇ ਇੱਕ ਹੋਰ ਕੀ ਵਰਤਿਆ ਸੀ? ਦੂਜਾ ਵਾਹਿਗੁਰੂ ਵਾਹਿਗੁਰੂ ਕਹਿਣ ਦਾ ਤਰੀਕਾ, ਅਤੇ ਤੀਜਾ ਕਹਾਣੀ ਸੁਣਾ ਕੇ ਸੜਕ ਪਾਰ ਕਰਨ ਦਾ ਤਰੀਕਾ ਸੋਚਿਆ। ਲਾਸਟ ਪ੍ਰਸ਼ਨ ਹੈ, ਭੈਣ ਭਰਾ ਸੜਕ ਪਾਰ ਕਰਨ ਵਿੱਚ ਕਿਵੇਂ ਸਫਲ ਹੋਏ? ਭੈਣ ਭਰਾ ਨੇ ਪੇਮੀ ਸ਼ਬਦ ਦਾ ਸਹਾਰਾ ਲੈ ਕੇ ਸੜਕ ਪਾਰ ਕਰਨ ਵਿੱਚ ਸਫਲ ਹੋਏ। ਅਗਲਾ ਹੈ ਰਾਜੇ ਲਾਸਟ ਤੁਹਾਡੇ ਵਾਕ ਆ, ਇਸ ਦੇ ਅਰਥ ਵੀ ਤੁਹਾਨੂੰ ਦੱਸੇ ਆ। ਮੁਸ਼ਕਲ ਘਾਟੀ, ਔਖਾ ਰਸਤਾ, ਪ੍ਰੀਖਿਆਵਾਂ ਦੀ ਮੁਸ਼ਕਲ ਘਾਟੀ ਪਾਰ ਕਰਕੇ ਹੀ ਅਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹਾਂ। ਅਗਲਾ ਹੈ ਸ਼ਰਨ, ਆਸਰਾ, ਬੇਸਹਾਰਿਆਂ ਨੂੰ ਸ਼ਰਨ ਦੇਣਾ ਸਾਡਾ ਧਰਮ ਹੈ, ਸਾਡਾ ਫਰਜ਼ ਹੈ। ਮੰਤਵ, ਉਦੇਸ਼, ਜ਼ਿੰਦਗੀ ਦਾ ਕੋਈ ਨਾ ਕੋਈ ਮੰਤਵ ਹੋਣਾ ਜ਼ਰੂਰੀ ਹੈ। ਰੁਝੇਵੇਂ, ਕੰਮਕਾਰ, ਆਪਣੇ ਰੁਝੇਵੇਂ ਵਿੱਚੋਂ ਸਮਾਂ ਕੱਢ ਕੇ ਦੂਜਿਆਂ ਦੀ ਖੁਸ਼ੀ ਵਿੱਚ ਵੀ ਸ਼ਾਮਲ ਹੋਣਾ ਚਾਹੀਦਾ ਹੈ। ਗੁਸਤਾਖੀ, ਗਲਤੀ, ਹਜ਼ੂਰ ਗੁਸਤਾਖੀ ਮਾਫ਼ ਕਰੋ। ਦਿਲਾਸਾ, ਹੌਸਲਾ, ਭੈਣ ਨੇ ਰੋਂਦੇ ਵੀਰ ਨੂੰ ਦਿਲਾਸਾ ਦਿੱਤਾ। ਠਿਠੰਬਰ ਕੇ, ਡਰ ਕੇ, ਰਾਸ਼ੇ ਨੂੰ ਦੇਖਦੇ ਹੀ ਭੈਣ ਭਰਾ ਠਿਠੰਬਰ ਗਏ। ਘਾਤ ਲਾਈ ਖਲੋਤਾ, ਦਾ ਲਈ ਖੜਨਾ, ਬਿੱਲੀ ਚੂਹੇ ਦੀ ਖੁੱਡ ਅੱਗੇ ਘਾਤ ਲਾਈ ਖਲੋਤੀ ਸੀ। ਜੇ ਲੱਗਦਾ ਤੁਹਾਨੂੰ ਸਾਰੇ ਲੈਸਨ ਵੀ ਸਮਝ ਆ ਗਿਆ ਹੋਵੇਗਾ ਅਤੇ ਕੁਐਸਚਨ ਆਨਸਰ ਵੀ। ਥੈਂਕਸ ਸਟੂਡੈਂਟਸ।